ਹੈਲੋ ਫਰੈਂਡਸ, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਅਧਿਆਇ 3 ਚੈਪਟਰ 3 ਕੋਆਰਡੀਨੇਟ ਜਿਓਮੈਟਰੀ ਨਿਰਦੇਸ਼ ਅੰਕ ਜਮਾਇਤੀ ਇਸ ਦੇ ਬਾਰੇ ਇਸ ਦੇ ਬੇਸਿਕਸ ਬਾਰੇ ਗੱਲਬਾਤ ਕਰਾਂਗੇ। ਇਸ ਨੂੰ ਡਿਸਕਸ ਕਰਾਂਗੇ। ਇਸ ਦੇ ਜਿੰਨੇ ਵੀ ਐਕਸਰਸਾਈਜ਼ ਨੇ ਸਾਰੇ ਕੁਐਸਚਨ ਸੋਲਵ ਕਰਾਂਗੇ ਅਤੇ ਜੋ ਵੀ ਕੁਐਸਚਨ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ ਉਹ ਵੀ ਦੱਸਾਂਗੇ ਇਸ ਵੀਡੀਓ ਦੇ ਵਿੱਚ। ਸੋ ਵੀਡੀਓ ਨੂੰ ਪਲੀਜ਼ ਬੜੇ ਧਿਆਨ ਦੇ ਨਾਲ ਦੇਖਣਾ ਹੈ ਕਿਉਂਕਿ ਇਹ ਟੌਪਿਕ ਤੁਹਾਨੂੰ ਪਹਿਲੀ ਵਾਰ ਆ ਰਿਹਾ ਹੈ। ਅਤੇ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੈ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੇ ਰੈਗੂਲਰ ਅਪਡੇਟਸ ਜੋ ਨੇ ਮਿਲਦੇ ਰਹਿਣ। ਸੋ ਸਟਾਰਟ ਕਰਦੇ ਹਾਂ ਅਸੀਂ ਨਿਰਦੇਸ਼ ਅੰਕ ਜਮੈਤੀ ਕੋਆਰਡੀਨੇਟ ਜਮੈਟਰੀ। ਸੋ ਜੇਕਰ ਅਸੀਂ ਗੱਲ ਕਰੀਏ ਸੋ ਕੋਆਰਡੀਨੇਟ ਜਮੈਟਰੀ ਦੀ ਅਸੀਂ ਵਰਤੋਂ ਕਦੋਂ ਕਰਦੇ ਹਾਂ? ਜਦੋਂ ਅਸੀਂ ਕਿਸੇ ਤਲ ਦੇ ਵਿੱਚ, ਕਿਸੇ ਪਲੇਨ ਦੇ ਵਿੱਚ ਕਿਸੇ ਚੀਜ਼ ਦੀ ਅਸੀਂ ਪਲੇਸ ਆਇਡੈਂਟੀਫਾਈ ਕਰਨੀ ਹੋਵੇ, ਅਸੀਂ ਉਹਦੀ ਲੋਕੇਸ਼ਨ ਜਿਹੜੀ ਆ ਉਹ ਦੱਸਣੀ ਹੋਵੇ। ਸੋ ਇਹਦੇ ਵਾਸਤੇ ਅਸੀਂ ਕੀ ਕਰਦੇ ਹਾਂ, ਦੋ ਲਾਈਨਾਂ, ਇੱਕ ਹੌਰੀਜ਼ੌਂਟਲ ਲੇਟਵੀਂ ਅਤੇ ਇੱਕ ਵਰਟੀਕਲ ਖੜ੍ਹਵੀਂ, ਜਾਂ ਤਾਂ ਅਸੀਂ ਸੱਜੇ ਖੱਬੇ ਮੂਵ ਹੋ ਸਕਦੇ ਹਾਂ ਜਾਂ ਅਸੀਂ ਉੱਪਰ ਥੱਲੇ ਮੂਵ ਹੋ ਸਕਦੇ ਹਾਂ। ਸੋ ਜਿੱਥੋਂ ਅਸੀਂ ਸਟਾਰਟ ਕਰਨਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਓਰੀਜਨ, ਮੂਲ ਬਿੰਦੂ। ਸੋ ਜੇ ਮੈਂ ਸੱਜੇ ਖੱਬੇ ਜਾਣਾ ਹੋਵੇ ਤਾਂ ਸੱਜੇ ਹੱਥ ਮੇਰੇ ਪੋਜ਼ੀਟਿਵਸ ਨੇ, ਧਨਾਤਮਕ ਸੰਖਿਆਵਾਂ ਨੇ, ਖੱਬੇ ਹੱਥ ਰਿਣਾਤਮਕ ਨੇ। ਇਸੇ ਤਰ੍ਹਾਂ ਉੱਪਰ ਵੱਲ ਪੋਜ਼ੀਟਿਵ, ਨੀਚੇ ਵੱਲ ਨੈਗੇਟਿਵ। ਜਿਸ ਤਰ੍ਹਾਂ ਜ਼ਮੀਨ ਤੋਂ ਉੱਪਰ ਵੱਲ ਜਾਂਦੇ ਹਾਂ ਅਸੀਂ ਤਾਂ ਪੋਜ਼ੀਟਿਵ, ਇਹ ਨੀਚੇ ਵੱਲ ਜਾਂਦੇ ਹਾਂ ਅਸੀਂ ਤਾਂ ਨੈਗੇਟਿਵ। ਧਰਤੀ ਦੇ ਵਿੱਚ ਉਤਰਨਾ ਹੋਵੇ ਤਾਂ ਸਾਨੂੰ ਦੋ ਜਿਹੜੀਆਂ ਨੇ, ਇੱਕ ਖੜ੍ਹਵੀਂ ਅਤੇ ਇੱਕ ਲੇਟਵੀਂ, ਇੱਕ ਹੌਰੀਜ਼ੌਂਟਲ ਅਤੇ ਇੱਕ ਵਰਟੀਕਲ, ਦੋ ਲਾਈਨਾਂ ਦੀ, ਦੋ ਰੇਖਾਵਾਂ ਦੀ ਜ਼ਰੂਰਤ ਪੈਂਦੀ ਹੈ ਕਿਸੇ ਵੀ ਚੀਜ਼ ਦੀ ਲੋਕੇਸ਼ਨ ਨੂੰ ਪਲੇਨ ਦੇ ਵਿੱਚ, ਤਲ ਦੇ ਵਿੱਚ ਆਇਡੈਂਟੀਫਾਈ ਕਰਨ ਵਾਸਤੇ, ਦੱਸਣ ਵਾਸਤੇ। ਜਿਹੜੀ ਸਾਡੀ ਲੇਟਵੀਂ ਰੇਖਾ ਹੈ ਇਸ ਨੂੰ ਅਸੀਂ ਐਕਸ ਧੁਰਾ ਕਹਿੰਦੇ ਹਾਂ ਕਈ ਵਾਰ, ਅਤੇ ਇਸ ਨੂੰ ਅਸੀਂ ਆਪਣਾ ਵਾਈ ਧੁਰਾ। ਇਹ ਫਿਲਹਾਲ ਜਿਹੜੀਆਂ ਨੇ ਮੈਂ ਅਲੱਗ-ਅਲੱਗ ਮੈਂਸ਼ਨ ਕੀਤੀਆਂ ਨੇ। ਸੋ ਜਦੋਂ ਅਸੀਂ ਇਹਨਾਂ ਨੂੰ ਇਕੱਠਿਆਂ ਕਰ ਦਾਂਗੇ, ਮਿਕਸਅਪ ਕਰ ਦਿਆਂਗਾ, ਤਾਂ ਇਹ ਸਾਡੇ ਪਲੇਨ ਨੂੰ ਚਾਰ ਵੱਖ-ਵੱਖ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦੇਗੀ, ਚਾਰ ਦੇ ਵਿੱਚ। ਸੋ ਮੈਂ ਲੇਟਵੀਂ, ਹੌਰੀਜ਼ੌਂਟਲ ਅਤੇ ਖੜ੍ਹਵੀਂ, ਵਰਟੀਕਲ ਦੋਨੇ ਲਾਈਨਾਂ ਨੂੰ ਇਕੱਠਿਆਂ ਕਰ ਲਿਆ ਹੈ ਓਰੀਜਨ 'ਤੇ, ਜੋ ਸਾਡਾ ਮੂਲ ਬਿੰਦੂ ਸੀ ਜਿੱਥੋਂ ਅਸੀਂ ਸਟਾਰਟ ਕਰਨਾ ਸੀ। ਸੱਜੇ ਹੱਥ ਸਾਡੇ ਕੋਲ ਫਿਰ ਪੋਜ਼ੀਟਿਵ ਨੇ, ਜਮਾਂ ਦੇ ਚਿੰਨ੍ਹ ਨੇ। ਇਸੇ ਤਰ੍ਹਾਂ ਖੱਬੇ ਹੱਥ ਸਾਡੇ ਪਾਸ ਨੈਗੇਟਿਵਸ ਨੇ, ਰਿਣਾਤਮਕ ਸੰਖਿਆਵਾਂ ਨੇ। ਉੱਪਰ ਪੋਜ਼ੀਟਿਵ ਨੇ, ਧਨਾਤਮਕ, ਨੀਚੇ ਰਿਣਾਤਮਕ। ਸੋ ਇਹ ਜਿਹੜੀਆਂ ਸਾਡੀਆਂ ਦੋ ਰੇਖਾਵਾਂ ਨੇ, ਲੰਬ ਰੇਖਾਵਾਂ, 90 ਦਾ ਕੋਣ ਹੈ ਇੱਥੇ, ਇਹਨੇ ਦੋਨੇ ਰੇਖਾਵਾਂ ਨੇ ਲੇਟਵੀਂ ਅਤੇ ਖੜ੍ਹਵੀਂ, ਹੌਰੀਜ਼ੌਂਟਲ ਅਤੇ ਵਰਟੀਕਲ। ਇਹਨੇ ਸਾਡਾ ਸਾਰਾ ਜਿਹੜਾ ਪਲੇਨ ਹੈ, ਸਾਡਾ ਪੇਪਰ ਹੈ, ਉਹ ਚਾਰ ਹਿੱਸਿਆਂ ਦੇ ਵਿੱਚ ਵੰਡਤਾ ਹੈ। ਸੋ ਇਹਨਾਂ ਚਾਰਾਂ ਨੂੰ ਅਸੀਂ ਬੋਲਦੇ ਹਾਂ ਕੁਆਡਰੈਂਟਸ। ਕੁਆਡਰੋ ਤੋਂ ਆਇਆ ਇਹ, ਕੁਆਡਰੈਂਟਸ। ਪੰਜਾਬੀ ਦੇ ਵਿੱਚ ਬੋਲਦੇ ਹਾਂ ਅਸੀਂ ਚੌਥਾਈਆਂ, ਚੌਥਾ ਭਾਗ। ਇਹ ਸਾਡੀ ਪਹਿਲੀ ਚੌਥਾਈ ਹੈ, ਕੁਆਡਰੈਂਟ। ਫਸਟ ਕੁਆਡਰੈਂਟ, ਇਹ ਸੈਕੰਡ ਕੁਆਡਰੈਂਟ ਹੈ। ਦੂਜੀ ਚੌਥਾਈ, ਇਹ ਸਾਡੀ ਤੀਜੀ ਚੌਥਾਈ। ਥਰਡ ਕੁਆਡਰੈਂਟ, ਇਸੇ ਤਰ੍ਹਾਂ ਇਹ ਸਾਡਾ ਹੈ ਫੋਰਥ ਕੁਆਡਰੈਂਟ, ਚੌਥਾਈ, ਚੌਥਾ ਹਿੱਸਾ। ਸੋ ਇਹ ਸਾਡਾ ਐਕਸ ਐਕਸਿਸ ਹੈ, ਇਸ ਨੂੰ ਅਸੀਂ ਐਕਸ ਧੁਰਾ ਵੀ ਬੋਲ ਦਿੰਦੇ ਹਾਂ, ਐਕਸਿਸ। ਇਹ ਸਾਡਾ ਵਾਈ ਐਕਸਿਸ ਹੈ, ਵਾਈ ਧੁਰਾ ਹੈ। ਸੋ ਸਾਡੇ ਪਾਸ ਦੋ ਐਕਸਿਸ ਨੇ, ਚਾਰ ਕੁਆਡਰੈਂਟਸ ਨੇ, ਦੋ ਧੁਰੇ ਨੇ ਅਤੇ ਚਾਰ ਚੌਥਾਈਆਂ ਨੇ। ਇਹ ਸਾਡਾ ਜਿਹੜਾ ਹੈ ਇਹ ਮੂਲ ਬਿੰਦੂ ਹੈ, ਓਰੀਜਨ, ਮੂਲ ਬਿੰਦੂ, ਓਰੀਜਨ। ਸੋ ਐਗਜ਼ਾਮ ਦੇ ਵਿੱਚ ਕਈ ਵਾਰ ਸਾਨੂੰ ਜਿਹੜਾ ਕੁਐਸਚਨ ਹੈ ਉਹ ਆ ਜਾਂਦਾ ਹੈ ਕਿ ਜਿਹੜੀ ਲੇਟਵੀਂ ਰੇਖਾ ਹੈ ਉਸ ਨੂੰ ਅਸੀਂ ਕੀ ਬੋਲਦੇ ਹਾਂ? ਉਸ ਨੂੰ ਅਸੀਂ ਐਕਸ ਧੁਰਾ ਬੋਲਦੇ ਹਾਂ, ਜਿਹੜੀ ਸਾਡੀ ਹੌਰੀਜ਼ੌਂਟਲ ਲਾਈਨ ਹੈ। ਜੋ ਸਾਡੀ ਖੜ੍ਹਵੀਂ ਹੈ, ਵਰਟੀਕਲ ਹੈ, ਇਸ ਨੂੰ ਅਸੀਂ ਕੀ ਬੋਲਦੇ ਹਾਂ? ਇਸ ਨੂੰ ਅਸੀਂ ਵਾਈ ਧੁਰਾ ਬੋਲਦੇ ਹਾਂ, ਵਾਈ ਐਕਸਿਸ ਬੋਲਦੇ ਹਾਂ। ਕਿੰਨੇ ਭਾਗ ਦੇ ਵਿੱਚ ਵੰਡਿਆ ਜਾਂਦਾ ਹੈ? 4 ਕੁਆਡਰੈਂਟਸ, ਪਹਿਲੀ ਚੌਥਾਈ, ਦੂਜੀ, ਤੀਜੀ, ਚੌਥੀ। ਜਿੱਥੇ ਦੋਵੇਂ ਰੇਖਾਵਾਂ ਕੱਟਦੀਆਂ ਨੇ ਉਸ ਬਿੰਦੂ ਨੂੰ ਅਸੀਂ ਕੀ ਬੋਲਦੇ ਹਾਂ? 1 ਨੰਬਰ ਦੀ ਖਾਲੀ ਥਾਂ ਆਉਂਦੀ ਹੈ, ਉਸ ਨੂੰ ਅਸੀਂ ਮੂਲ ਬਿੰਦੂ ਬੋਲਦੇ ਹਾਂ, ਓਰੀਜਨ ਬੋਲਦੇ ਹਾਂ। ਸੋ ਦੋਸਤੋ, ਜਦੋਂ ਕਦੇ ਵੀ ਅਸੀਂ ਕਿਸੇ ਪੁਆਇੰਟ ਨੂੰ ਕਿਸੇ ਪਲੇਨ ਦੇ ਵਿੱਚ ਦਿਖਾਉਣਾ ਹੈ, ਰੀਪ੍ਰਜੈਂਟ ਕਰਨਾ ਹੈ, ਉਹਦੀ ਸਿਚੁਏਸ਼ਨ ਜਿਹੜੀ, ਉਹਦੀ ਲੋਕੇਸ਼ਨ ਜਿਹੜੀ ਆ ਉਹ ਦੱਸਣੀ ਹੈ, ਉਸ ਨੂੰ ਅਸੀਂ ਦੋ ਕੋਆਰਡੀਨੇਟਸ ਦੇ ਵਿੱਚ ਮੈਂਸ਼ਨ ਕਰਦੇ ਹਾਂ। ਸਪੋਜ਼ ਸਾਡੇ ਪਾਸ ਪੁਆਇੰਟ ਕੀ ਹੈ P,
ਇਸ ਦੇ ਦੋ ਕੋਆਰਡੀਨੇਟ ਲੈ ਕੇ ਚੱਲਦੇ ਹਾਂ ਅਸੀਂ x, y। x ਤੋਂ ਭਾਵ ਹੈ ਕਿ ਇਹਦੀ ਇੱਧਰ ਵੱਲ ਕਿੰਨੀ ਦੂਰੀ ਹੈ, ਇਸ ਲਾਈਨ ਤੋਂ ਦੂਰੀ ਕਿੰਨੀ ਹੈ, ਇਸ ਦੀ ਇੱਧਰ ਦੂਰੀ ਹੈ ਜਾਂ ਇੱਧਰ ਵੱਲ ਦੂਰੀ ਹੈ। y ਕੋਆਰਡੀਨੇਟ ਦਾ ਮਤਲਬ ਹੈ ਕਿ ਜੋ ਇਹ ਵਾਲਾ ਹਿੱਸਾ ਹੈ ਉੱਪਰ ਵੱਲ ਕਿੰਨੀ ਦੂਰੀ ਹੈ ਤੇ ਨੀਚੇ ਵੱਲ ਕਿੰਨੀ ਦੂਰੀ ਹੈ। ਅਸੀਂ ਇੱਕ ਪੁਆਇੰਟ ਜਿਹੜਾ ਹੈ ਉਹ ਲਗਾ ਕੇ ਦੇਖ ਲੈਂਦੇ ਹਾਂ। ਸੋ ਸਪੋਜ਼ ਅਸੀਂ ਕੋਈ ਪੁਆਇੰਟ ਜਿਹੜਾ ਹੈ 3,4 ਅਸੀਂ ਰਿਪਰੈਜ਼ੈਂਟ ਕਰਨਾ ਗ੍ਰਾਫ ਦੇ ਉੱਪਰ, ਤਾਂ ਕਿਸ ਤਰ੍ਹਾਂ ਹੋਏਗਾ। ਸੋ 3 ਪਹਿਲਾ ਕੋਆਰਡੀਨੇਟ ਸਾਡੇ ਪਾਸ ਕੀ ਹੈ 3। ਇਹਦਾ ਭਾਵ ਕੀ ਹੈ ਕਿ ਜਿਹੜਾ ਪੁਆਇੰਟ P ਹੈ ਉਹ ਜਿਹੜੀ ਖੜਵੀਂ ਲਾਈਨ ਆ ਇਹ ਵਾਲੀ, ਇਸ ਤੋਂ 3 ਪੁਆਇੰਟ ਦੂਰ ਹੈ ਜੋ ਅਸੀਂ ਇਹ ਵਾਲਾ ਸਾਈਜ਼ ਲਿਆ ਹੈ। ਸੋ 1 2 3 ਇਸ ਲਾਈਨ ਤੋਂ ਕਿਤੇ ਵੀ 3 ਸਟੈਪ ਦੂਰ ਹੈ, ਇਸ ਇੱਥੇ ਕਿਤੇ ਹੈ, ਇਸ ਲਾਈਨ 'ਚ, ਇੱਥੇ ਇਸ ਲਾਈਨ 'ਚ ਕਿਤੇ ਹੈ। y ਕਿੰਨਾ ਸਾਡੇ ਪਾਸ 4 ਤੋਂ ਭਾਵ ਕੀ ਹੈ ਕਿ ਇਸ ਲਾਈਨ ਤੋਂ 4 ਪੁਆਇੰਟ ਦੂਰ ਹੈ ਇਹ, ਤਾਂ ਇੱਥੋਂ ਉੱਪਰ ਵੱਲ 4 ਇਹ ਸਾਡੇ ਪਾਸ ਕਿੱਥੇ ਆ ਰਿਹਾ, ਇਹ ਆ ਰਿਹਾ। ਸੋ ਸਾਡਾ ਜਿਹੜਾ ਪੁਆਇੰਟ ਬਣੇਗਾ ਉਹ ਕਿੱਥੇ ਬਣੇਗਾ, ਇਸ ਸਾਈਡ ਤੋਂ 3 ਤੇ ਇਸ ਸਾਈਡ ਨੂੰ 4, ਤਾਂ ਇੱਧਰ ਅਸੀਂ 3 ਮੂਵ ਹੋਵਾਂਗੇ 1 2 3 ਤੇ ਇੱਥੋਂ ਉੱਪਰ ਵੱਲ 4, ਤਾਂ ਆਲਮੋਸਟ ਸਾਡਾ ਪੁਆਇੰਟ ਕਿੱਥੇ ਜਾਏਗਾ, ਇਸ ਜਗ੍ਹਾ ਆਏਗਾ। ਸੋ ਤੁਸੀਂ ਗ੍ਰਾਫ ਦੇ ਉੱਪਰ ਜਦੋਂ ਇਸ ਚੀਜ਼ ਨੂੰ ਬਣਾਓਗੇ, ਗ੍ਰਾਫ ਦੇ ਉੱਪਰ ਸਾਡੇ ਪਾਸ ਪ੍ਰੋਪਰ ਲਾਈਨਸ ਅਵੇਲੇਬਲ ਨੇ। ਨੈਕਸਟ ਸਟੈਪ ਦੇ ਵਿੱਚ ਅਸੀਂ ਗ੍ਰਾਫ ਦੇ ਉੱਪਰ ਪਲਾਟ ਕਰਾਂਗੇ। ਸੋ ਉੱਥੇ ਤੁਹਾਨੂੰ ਜਿਹੜਾ ਪੁਆਇੰਟ ਹੈ P ਈਜ਼ੀ ਹੋ ਜਾਏਗਾ ਫਾਈਂਡ ਕਰਨਾ 3,4। ਸੋ ਜਿਹੜਾ x ਪਾਰਟ ਹੈ ਇਹ ਵਾਲਾ, ਇਸ ਨੂੰ ਅਸੀਂ ਪੁਆਇੰਟ P ਦਾ ਜੋ x ਹੈ ਇਸ ਨੂੰ ਅਸੀਂ ਬੋਲਦੇ ਹਾਂ ਅਬਸੀਸਾ, ਪੰਜਾਬੀ ਦੇ ਵਿੱਚ ਬੋਲਦੇ ਹਾਂ ਭੁਜ। ਸੋ ਇੱਥੇ P ਦਾ ਪੁਆਇੰਟ ਜਿਹੜਾ ਭੁਜ ਹੈ ਉਹ ਕਿੰਨਾ ਹੋਇਆ 3। ਦੂਸਰਾ ਜੋ y ਹੈ ਉਸ ਨੂੰ ਅਸੀਂ ਬੋਲਦੇ ਹਾਂ ਆਰਡੀਨੇਟ ਤੇ ਪੰਜਾਬੀ 'ਚ ਬੋਲਦੇ ਹਾਂ ਕੋਟੀ। ਸੋ ਪੇਪਰ ਦੇ ਵਿੱਚ ਇਹ ਵੀ ਕਈ ਵਾਰ 1 ਨੰਬਰ ਦਾ ਸਵਾਲ ਜਿਹੜਾ ਆ ਜਾਂਦਾ ਕਿ ਪੁਆਇੰਟ P ਜਿਹੜਾ ਹੈ ਉਸ ਦਾ ਭੁਜ ਜਾਂ ਅਬਸੀਸਾ ਦੱਸੋ ਕਿੰਨਾ ਹੋਏਗਾ 3, ਆਰਡੀਨੇਟ ਕਿੰਨਾ ਹੋਏਗਾ ਕੋਟੀ 4। ਇਸੇ ਤਰ੍ਹਾਂ 1 ਨੰਬਰ ਦਾ ਸਵਾਲ ਆਉਂਦਾ ਹੈ ਕਿ ਓਰੀਜਨ ਮੂਲ ਬਿੰਦੂ, ਓਰੀਜਨ ਦੇ ਨਿਰਦੇਸ਼ ਅੰਕ ਲਿਖੋ, ਉਸ ਦੇ ਕੋਆਰਡੀਨੇਟਸ ਲਿਖੋ ਦੋਨੋਂ। ਜਿਵੇਂ P ਦੇ ਕੋਆਰਡੀਨੇਟ ਸੀ 3,4, ਪਹਿਲਾ ਕੋਆਰਡੀਨੇਟ x, ਦੂਸਰਾ ਕੋਆਰਡੀਨੇਟ y, ਤਾਂ ਓਰੀਜਨ ਦੇ ਕੋਆਰਡੀਨੇਟਸ ਕੀ ਹੋਣਗੇ। ਐਗਜ਼ਾਮ ਦੇ ਵਿੱਚ ਹਰ ਵਾਰ 1 ਮਾਰਕ ਦੀ ਜਾਂ ਤਾਂ ਖਾਲੀ ਥਾਂ ਆਉਂਦੀ ਹੈ ਜਾਂ ਮਲਟੀਪਲ ਚੋਇਸ ਕੁਐਸਚਨ ਆਉਂਦਾ ਹੈ MCQ। ਤਾਂ ਮੂਲ ਬਿੰਦੂ ਓਰੀਜਨ, ਤਾਂ ਅਸੀਂ ਇੱਥੇ ਦੇਖੋ ਅਸੀਂ ਕਿਸੇ ਵੱਲ ਨਹੀਂ ਗਏ, ਲੈਫਟ ਰਾਈਟ ਅਸੀਂ ਇੱਥੇ ਖੜ੍ਹੇ ਹਾਂ। ਸੋ 1 ਹੈ, ਇੱਧਰ -1 ਤਾਂ ਵਿਚਕਾਰ ਕੀ ਹੈ ਸਾਡੇ ਕੋਲ 0, ਉੱਪਰ ਨਹੀਂ ਗਏ ਨੀਚੇ ਨਹੀਂ ਗਏ ਫਿਰ ਵੀ 0। ਸੋ ਐਗਜ਼ਾਮ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਗਲਤੀ ਕੀ ਕਰਦੇ ਨੇ ਉਹ ਵੀ ਦੱਸ ਦਿੰਦੇ ਆ ਕਿ ਇਕੱਲਾ ਜਿਹੜਾ ਆਨਸਰ ਹੈ ਉਹ 0 ਲਿਖ ਦਿੰਦੇ ਨੇ, ਜੋ ਕਿ ਗਲਤ ਹੈ। ਸੋ ਇਸ ਦਾ ਆਨਸਰ ਕੀ ਹੈ 0,0। ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਐਕਸਰਸਾਈਜ਼ 3.2 ਦੇ ਵੱਲ, ਜਿਸ ਦੇ ਵਿੱਚ ਅਸੀਂ ਕੁਝ ਪੁਆਇੰਟਸ ਦੇ ਕੋਆਰਡੀਨੇਟਸ ਜਿਹੜੇ ਨੇ ਉਹ ਦੱਸਣੇ ਨੇ। ਐਕਸਰਸਾਈਜ਼ 3.1 ਜਿਹੜੀ ਹੈ ਉਸ ਦੇ 2 ਕੁਐਸਚਨ ਨੇ, ਇੰਨੇ ਇੰਪੋਰਟੈਂਟ ਤਾਂ ਨਹੀਂ ਨੇ, ਡਿਸਕਸ ਕਰ ਲੈਂਦੇ ਆ। ਕਿ ਫਸਟ ਕੁਐਸਚਨ ਦੇ ਵਿੱਚ ਸਾਨੂੰ ਪੁੱਛਿਆ ਗਿਆ ਹੈ ਕਿ ਕਿਸੇ ਟੇਬਲ ਦੇ ਉੱਪਰ ਤੁਸੀਂ ਕਿਸੇ ਪੈਨ ਦੀ ਜਾਂ ਕਿਸੇ ਕਿਤਾਬ ਦੀ ਸਥਿਤੀ ਜਿਹੜੀ ਹੈ ਉਹ ਦੱਸਣੀ ਹੈ, ਕਿਸ ਤਰ੍ਹਾਂ ਤੁਸੀਂ ਦੱਸੋਗੇ। ਸੋ ਸਪੋਜ਼ ਸਾਡੇ ਪਾਸ ਇੱਦਾਂ ਇੱਕ ਟੇਬਲ ਹੈ, ਤਾਂ ਅਸੀਂ ਇੱਥੇ ਕੋਈ ਮੰਨ ਲਓ ਸਾਡਾ ਪੁਆਇੰਟ ਜਿਹੜਾ ਪੈਨ ਪਿਆ ਹੈ ਇਹਦੀ ਸਥਿਤੀ ਦੱਸਣੀ ਹੈ ਕਿਸੇ ਨੂੰ, ਅਸੀਂ ਕਿਸ ਤਰ੍ਹਾਂ ਦੱਸ ਸਕਦੇ ਹਾਂ। ਤਾਂ ਅਸੀਂ ਦੱਸ ਸਕਦੇ ਹਾਂ ਕਿ ਉਹ ਲੈਫਟ ਸਾਈਡ ਤੋਂ ਇਸ ਸਾਈਡ ਨੂੰ ਕਿੰਨਾ ਦੂਰ ਹੈ। ਸਪੋਜ਼ ਇੱਧਰ ਨੂੰ ਕਿੰਨਾ ਦੂਰ ਹੈ 5 ਸੈਂਟੀਮੀਟਰ ਹੈ, ਤੇ ਇਸ ਸਾਈਡ 5 ਹੋ ਗਿਆ ਹੈ, ਤੇ ਇੱਧਰੋਂ ਕਿੰਨਾ ਦੂਰ ਹੈ ਇਹ ਵਾਲਾ, ਸਪੋਜ਼ ਇਹ ਕਿੰਨਾ ਹੈ 3 ਸੈਂਟੀਮੀਟਰ ਹੈ। ਤਾਂ ਅਸੀਂ ਕਿਸੇ ਨੂੰ ਜੇ ਲੋਕੇਸ਼ਨ ਦੱਸਣੀ ਆ ਤਾਂ ਅਸੀਂ ਇਸ ਕਾਰਨਰ ਤੋਂ ਬੋਲਾਂਗੇ ਕਿ ਲੈਫਟ ਜਿਹੜਾ ਕਾਰਨਰ ਹੈ ਸਾਡਾ ਉਸ ਤੋਂ 5 ਸੈਂਟੀਮੀਟਰ ਅਤੇ ਉੱਪਰ ਵੱਲ 3 ਸੈਂਟੀਮੀਟਰ। ਤਾਂ ਉਹਦੇ ਨਾਲ ਸਾਨੂੰ ਜਿਹੜੀ ਇਹ ਵਾਲੀ ਲੋਕੇਸ਼ਨ ਆ ਇਹ ਡਿਟੈਕਟ ਹੋ ਜਾਏਗੀ ਕਿ ਇਸ ਐਕਸਿਸ ਤੋਂ 5 ਦੂਰ ਹੈ ਅਤੇ ਇਸ ਐਕਸਿਸ ਤੋਂ 3 ਦੂਰ ਹੈ, ਤਾਂ ਇੱਕ ਹੀ ਪੁਆਇੰਟ ਆਏਗਾ A ਸਾਡੇ ਪਾਸ। ਇਸੇ ਤਰ੍ਹਾਂ ਜਿਹੜਾ ਇਸ ਐਕਸਰਸਾਈਜ਼ 3.1 ਦਾ ਕੁਐਸਚਨ ਨੰਬਰ 2 ਹੈ ਉਸ ਦੇ ਵਿੱਚ ਸਾਡੇ ਕੋਲ ਇੱਕ ਸਿਟੀ ਦਾ ਮੈਪ ਦਿੱਤਾ ਗਿਆ ਹੈ ਕਿ ਉਸ ਦੇ ਵਿੱਚ 2 ਮੇਨ ਰੋਡਸ ਨੇ,
एक नॉर्थ साउथ चलती है, दूसरी ईस्ट वैसट चलती है, तो 200 मीटर के फर्क नाल उहदे उपर रोड्स ने छोटियां छोटियां 200 मीटर दूर ने। तो सानू सवाल पूछा गया है कि 3,4 तो 4,3 इन्हां पॉइंट्स के उपर जिहड़ा क्रॉस सैक्शन बनता है, जिहड़ा चौंक बनता है, वो वाले जिहड़े पॉइंट्स ने वो किन्ने ने, कि एक है या एक तो ज़्यादा ने। जो साडा 3 है ये साड़ियाँ नॉर्थ साउथ लाइनस ने। पहली सड़क है साड़ी नॉर्थ साउथ दे विच, दूजी है, ये तीजी है, चौथी है, पंजवीं है। इस तरह जो साडा 4 है X, Y दे विच, वो साड़ियाँ ईस्ट वैसट लाइनस ने। सो उन्होंने कहा कि ये वाला जो क्रॉस सैक्शन है जिथे दो सड़क कटदियाँ ने, चौंक बनता है 3,4। अजिहे किन्ने चौंक बननगे? सो 3,4 इधर वाली तीजी सड़क ये आ रही है, इधर वाली चौथी सड़क ये जा रही है, तो दोनों का क्रॉस सैक्शन जो बनता इत्थे बनता 3,4 का। तो यह एक यूनीक पॉइंट है, ये वर्गा होर कोई पॉइंट नहीं है। सो ये की है, 1 एंड ओनली 1, यूनीक है, विलक्षण है, एक पॉइंट है केवल। इसका आंसर की आएगा 1 पॉइंट। इस तरह 4,3 उत्तर दक्षिण दे विच, नॉर्थ साउथ दे विच चौथी सड़क, तो साडे कोल चौथी सड़क साउथ दे विच ये जा रही है। ईस्ट वैसट दे विच तीजी सड़क ये जा रही है, तो ये पॉइंट किहड़ा बनता है 4,3। सो ये भी पूछा गया कि इस एक तो वध हो सकते हैं? नो, एक ही क्रॉस सैक्शन है, इसका नाम जो 4,3 है, ये वाला चौंक है 4,3, ये वाला चौंक है 3,4। सो एक कार्टीजियन प्रणाली को समझण दे लई है। इस तो बाद असीं एक्सरसाइज 3.2 शुरू करते हैं। सो एक्सरसाइज 3.2 का जो फस्ट क्वेश्चन है, कार्टीजियन समतल विच किसी बिंदु की स्थिति निर्धारित करने वाली लेटवीं ते खड़वीं रेखा दे नाम की ने? हॉरिजोंटल लाइन एंड वर्टिकल लाइनस, इन्हां दे नेम की ने? सो असीं करिया सी जिहड़ी लेटवीं सी, जिहड़ी इस तरह बनाई सी, वो साडा एक्स एक्सिस सी, एक्स तुरा, ते खड़वीं साडा वाई एक्सिस सी, वाई तुरा। सो हॉरिजोंटल एक्स एक्सिस, वर्टिकल वाई एक्सिस। इस तरह सैकेंड पार्ट। सो सैकेंड पार्ट दे विच की है, वट इज़ द नेम ऑफ ईच पार्ट ऑफ द प्लेन फॉर्मड बाय दीज 2 लाइनस? इन्हां 2 रेखावां तो बने समतल के हरेक भाग के नाम दसो। सो असीं ये ग्राफ बनाया सी, तो हरेक भाग क्वाड्रेंट्स, पहली चौथाई फस्ट क्वाड्रेंट, दूजी चौथाई सैकेंड क्वाड्रेंट, तीजी चौथाई थर्ड क्वाड्रेंट, चौथी चौथाई फोर्थ क्वाड्रेंट। तो 4 भाग बने सी साडे कोल। उस बिंदु का नाम दसो जिथे ये 2 रेखावां कटदियां हन। राइट द नेम ऑफ द पॉइंट वेयर दीज 2 लाइनस इंटरसैक्ट। तो जिथे दोनों लाइनां कटदियां ने, ये भी अपने डिस्कस किया सी, मूल बिंदु। सो आंसर की है ओरिजिन, थर्ड पार्ट का। सो बोर्ड जिहड़ा साडा पेपर है उस दे विच 1 मार्क का क्वेश्चन जिहड़ा आ जाता है। इस तो बाद क्वेश्चन नंबर 2 डिस्कस करते हैं आपां। क्वेश्चन नंबर 2 दे विच सानू ये वाला चित्र दिता होया है, तो असीं कुछ ये पॉइंट्स सानू दिते ने B, D, C, G, M, H, L। असीं इन्हां दे जिहड़े कोआर्डीनेट्स ने वो दसणे ने, B दे निर्देशांक, C दे निर्देशांक। सो असीं इत्थे ही फाइंड कर लेने B। सो फाइंड द कोआर्डीनेट्स ऑफ पॉइंट B। तो B ये है साडे पास। सो पहला असीं X तो रेबल चलना है। सो X वाल असीं कितना जा रहे हैं? -5, तो इत्थों असीं Y वाल जाना है। सो X साडा की हो गया -5, तो Y कितना इहदे सामने 2। सो X, Y साडा बन गया -5,2। जिहड़े B दे कोआर्डीनेट्स ने, इत्थों इधर वाले जाना असीं -5, इत्थों उपर वाले जाना है। सो पहला X फिर Y। दूसरा साडे पास है C दे कोआर्डीनेट्स, पॉइंट C। सो पॉइंट C थोड़ा नीचे, इसनूं थोड़ा जिहा उपर कर लैंदे आ। पॉइंट C ये वाला रहा साडे पास पॉइंट C। सो पहला असीं X तुरे दे उपर चलना है हॉरिजोंटल,
ਲੇਟਵਾਂ। ਸੋ ਇੱਥੋਂ ਚੱਲਾਂਗੇ, ਸੀ ਇਹ ਹੈ ਸਾਡੇ ਵੱਲ, ਤਾਂ ਅਸੀਂ ਇੱਧਰ ਵੱਲ ਚੱਲਾਂਗੇ, ਇੱਥੇ ਤੱਕ ਆਵਾਂਗੇ 5 ਤੱਕ। 5 ਤੋਂ ਟਰਨ ਲਵਾਂਗੇ ਅਸੀਂ y ਇੱਧਰ ਵੱਲ ਖੜਮੀ ਵਾਸਤੇ, ਇਹ ਸਾਡੀ ਵਰਟੀਕਲ ਲਾਈਨ ਹੈ। ਸੋ ਪੁਆਇੰਟ ਕੀ ਬਣਿਆ ਸਾਡਾ, x ਤਾਂ y ਆ ਗਿਆ, 5 ਆ ਗਿਆ ਸਾਡੇ ਪਾਸ 5, ਅਤੇ ਇਸ ਦੇ ਸਾਹਮਣੇ ਕਿੰਨਾ ਹੈ -5। x ਸਾਡੇ ਪਾਸ 5 ਹੈ ਇਸ ਪੁਆਇੰਟ ਦੇ ਲਈ, ਅਤੇ y ਸਾਡੇ ਪਾਸ -5 ਹੈ। ਸੋ ਸਾਡਾ C ਜਿਹੜਾ ਹੋ ਗਿਆ ਹੈ 5, -5। ਪਾਰਟ 3, the point identified by the coordinates -3, -5। ਅਸੀਂ ਉਸ ਪੁਆਇੰਟ ਦੀ ਪਛਾਣ ਕਰਨੀ ਹੈ ਜਿਸ ਦੇ ਨਿਰਦੇਸ਼ਾਂਕ -3 ਅਤੇ -5 ਨੇ। -3 ਅਤੇ -5 ਨੇ। ਸੋ ਪਹਿਲਾਂ ਅਸੀਂ x ਪਰ ਕਿੰਨਾ ਜਾਣਾ ਹੈ, -3 ਜਾਣਾ ਹੈ। ਇੱਥੋਂ ਸ਼ੁਰੂ ਕਰਾਂਗੇ, x ਇੱਧਰ ਪੋਜ਼ੀਟਿਵ ਹੈ, ਜਮਾਂ ਦੇ ਨੇ, ਇੱਧਰ ਕੀ ਹੈ ਨੈਗੇਟਿਵ ਹੈ, ਤਾਂ ਮੈਂ ਕਿੰਨਾ ਜਾਣਾ ਨੈਗੇਟਿਵ -x ਵੱਲ -3, ਤਾਂ -3 ਇਹ ਆ ਗਿਆ ਮੇਰੇ ਪਾਸ। ਇੱਥੋਂ ਅਸੀਂ ਟਰਨ ਲੈਣਾ ਹੈ ਖੜਵੀਂ ਰੇਖਾ ਦੇ ਲਈ, ਵਰਟੀਕਲ ਦੇ ਲਈ -5, ਉੱਪਰ ਵੱਲ ਪਲੱਸ ਦੇ ਨੇ ਸਾਰੇ ਹੀ, ਅਤੇ ਨੀਚੇ ਵੱਲ ਮਾਈਨਸ ਦੇ, ਤਾਂ ਇੱਥੋਂ ਮੈਂ ਨੀਚੇ ਵੱਲ ਟਰਨ ਲਊਂਗਾ, -5 ਤੱਕ ਜਾਣਾ ਹੈ। ਸੋ -5 ਦੇ ਸਾਹਮਣੇ ਕਿਹੜਾ ਪੁਆਇੰਟ ਆਉਂਦਾ ਹੈ, E। ਸੋ ਸਾਡਾ ਜਿਹੜਾ ਪਾਰਟ 3 ਹੈ ਇਸ ਦਾ ਆਨਸਰ ਕੀ ਆਏਗਾ ਸਾਡੇ ਪਾਸ, ਪੁਆਇੰਟ E ਆਏਗਾ। ਸੋ ਤੀਸਰੇ ਪਾਰਟ ਦਾ ਆਨਸਰ ਸਾਡੇ ਪਾਸ ਕੀ ਆ ਗਿਆ, ਪੁਆਇੰਟ ਬਿੰਦੂ E। ਇਸੇ ਤਰ੍ਹਾਂ ਪਾਰਟ 4, ਨਿਰਦੇਸ਼ਾਂਕ 2, -4। x ਦੇ ਉੱਪਰ ਅਸੀਂ 2 ਜਾਣਾ ਹੈ, y ਦੇ ਉੱਪਰ ਅਸੀਂ -4 ਜਾਣਾ ਹੈ। ਸੋ x ਪੋਜ਼ੀਟਿਵ ਕਿੱਧਰ ਹੈ, 1 2, ਅਤੇ y ਸਾਡੇ ਪਾਸ ਹੈ -4। ਇੱਥੋਂ ਅਸੀਂ ਵਰਟੀਕਲ ਲਾਈਨ ਲੈਣੀ ਹੈ, ਜਾਂ ਉੱਪਰ ਵੱਲ ਜਾਂ ਨੀਚੇ ਵੱਲ। ਉੱਪਰ y ਪਲੱਸ ਦੇ ਨੇ, ਨੀਚੇ y ਮਾਈਨਸ ਦੇ ਨੇ, ਸਾਨੂੰ ਮਾਈਨਸ ਚਾਹੀਦਾ ਹੈ। ਸੋ ਮੈਂ ਨੀਚੇ ਵੱਲ ਮੂਵ ਕਰਦਾ ਇਸ ਨੂੰ, -4 -1 2 3 -4, ਤਾਂ ਸਾਡਾ ਪੁਆਇੰਟ ਕੀ ਆ ਗਿਆ, G। ਸੋ ਚੌਥੇ ਪਾਰਟ ਦਾ ਆਨਸਰ ਸਾਡਾ ਕੀ ਬਣ ਗਿਆ, ਇਹ ਪੁਆਇੰਟ G, ਬਿੰਦੂ G, ਪੁਆਇੰਟ G। ਦਾ ਅਬਸੀਸਾ ਆਫ ਦੀ ਪੁਆਇੰਟ D। D ਦਾ ਭੁਜ ਤੋਂ ਭਾਵ ਹੈ x, ਅਸੀਂ ਇਕੱਲਾ ਇੱਕ x ਪਤਾ ਕਰਨਾ ਹੈ। D ਪੁਆਇੰਟ D ਕਿੱਥੇ ਸਾਡੇ ਪਾਸ, D ਇਹ ਰਿਹਾ ਸਾਡੇ ਪਾਸ D। ਸੋ ਅਸੀਂ x ਪਤਾ ਕਰਨਾ D ਦੇ ਲਈ, x ਪਰ ਚੱਲਦੇ ਜਾਵਾਂਗੇ ਤਾਂ x ਕਿੱਥੇ ਤੱਕ ਹੈ, 6 ਤੱਕ, ਅਤੇ y ਇਹਦੇ ਸਾਹਮਣੇ ਕਿੰਨਾ ਆਉਂਦਾ ਹੈ 2, 6,2। ਤਾਂ ਉਹਨੇ ਸਾਨੂੰ ਭੁਜ ਪੁੱਛਿਆ ਹੈ, ਤਾਂ ਭੁਜ ਕਿੰਨਾ ਇਸ ਦਾ ਇਕੱਲਾ 6 ਹੈ। ਸੋ ਸਾਡੇ ਪਾਸ ਅਬਸੀਸਾ ਕੀ ਆ ਜਾਏਗਾ ਇਸ ਦਾ 6। ਜੇ ਸਾਨੂੰ ਉਹ ਆਰਡੀਨੇਟ ਪੁੱਛਦਾ ਤਾਂ ਆਰਡੀਨੇਟ ਸਾਡੇ ਪਾਸ ਕਿੰਨਾ ਆਉਂਦਾ 2, y। ਬਿੰਦੂ H ਦੇ ਨਿਰਦੇਸ਼ ਅੰਕ, ਕੋਆਰਡੀਨੇਟਸ ਆਫ ਪੁਆਇੰਟ H ਕਿੱਥੇ ਹੈ ਸਾਡੇ ਪਾਸ, ਇਹ ਰਿਹਾ ਸਾਡੇ ਪਾਸ H। ਸੋ H ਦੇ ਕੋਆਰਡੀਨੇਟ, H 'ਤੇ ਪਹੁੰਚਣ ਵਾਸਤੇ ਮੈਨੂੰ ਕੀ ਕਰਨਾ ਪਏਗਾ, ਪਹਿਲਾਂ ਮੈਂ X ਧੁਰੇ 'ਤੇ ਚੱਲਣਾ ਹੈ, X 'ਤੇ। ਸੋ ਜਦੋਂ ਮੈਂ X 'ਤੇ ਚੱਲਾਂਗਾ ਤਾਂ ਕਿੱਥੇ ਪਹੁੰਚਾਂਗਾ, ਪਹਿਲਾਂ -5 'ਤੇ, ਅਤੇ ਫਿਰ ਮੈਂ ਵਰਟੀਕਲ ਲਾਈਨ ਲੈਣੀ ਆ। ਸੋ ਵਰਟੀਕਲ ਦੇ ਲਈ ਮੈਨੂੰ ਨੀਚੇ ਜਾਣਾ ਪਏਗਾ H ਵਾਸਤੇ, ਇਹ H ਆ ਗਿਆ। ਸੋ ਪਹਿਲਾਂ -5, x ਸਾਡੇ ਪਾਸ -5 ਆ ਗਿਆ, ਅਤੇ H ਦੇ ਸਾਹਮਣੇ y ਕਿੰਨਾ ਹੈ -3। ਸੋ ਪੁਆਇੰਟ ਦੇ ਕੋਆਰਡੀਨੇਟ ਕਿੰਨੇ ਬਣ ਗਏ, -5, -3 H ਦੇ ਲਈ। ਬਿੰਦੂ L ਦੇ ਨਿਰਦੇਸ਼ਾਂਕ, L, ਵੇਅਰ ਇਜ਼ L। ਸੋ L ਸਾਡੇ ਪਾਸ ਹੈ, ਇਹ ਰਿਹਾ ਸਾਡੇ ਪਾਸ L। ਸੋ L 'ਤੇ ਜਾਣਾ ਹੈ, ਸੋ ਮੈਨੂੰ L 'ਤੇ ਜਾਣ ਵਾਸਤੇ ਇੱਧਰ ਤਾਂ ਜਾਣ ਦੀ ਲੋੜ ਨਹੀਂ ਹੈ, L ਸਿੱਧਾ ਸਾਹਮਣੇ ਹੈ। ਸੋ ਮੈਂ X ਦੇ ਉੱਪਰ ਤਾਂ ਬਿਲਕੁਲ ਮੂਵ ਨਹੀਂ ਹੋ ਰਿਹਾ। ਸੋ L ਦਾ X ਕੀ ਹੋ ਗਿਆ ਮੇਰੇ ਪਾਸ, 0। ਇਸ ਦਾ ਜਿਹੜਾ X ਪਾਰਟ ਹੈ, ਅਬਸੀਸਾ ਹੈ, ਭੁਜ ਹੈ, ਉਹ ਕੀ ਹੈ, 0 ਹੈ। ਅਤੇ y ਵੱਲ ਕਿੰਨਾ ਜਾਣਾ ਪੈ ਰਿਹਾ ਮੈਨੂੰ, 5, ਤਾਂ ਕੋਟੀ ਇਸ ਦਾ ਕੀ ਹੈ 5, ਤਾਂ ਪੁਆਇੰਟ ਬਣ ਗਿਆ 0,5। ਇਸੇ ਤਰ੍ਹਾਂ M, ਪੁਆਇੰਟ M ਦੇ ਲਈ ਮੈਂ x ਵੱਲ ਜਾ ਰਿਹਾ, -3। ਕੀ ਇੱਥੋਂ ਮੈਨੂੰ ਉੱਪਰ ਨੀਚੇ ਜਾਣਾ ਚਾਹੀਦਾ, ਖੜਵੀਂ ਜਿਹੜੀ ਲਾਈਨ ਹੈ ਮੇਰੀ ਵਰਟੀਕਲ ਲਾਈਨ, ਨੋ, ਜ਼ਰੂਰਤ ਨਹੀਂ ਹੈ। ਸੋ ਇਕੱਲਾ x ਕੀ ਆ ਗਿਆ -3, ਭੁਜ ਕਿੰਨਾ ਆ ਗਿਆ -3, ਅਤੇ ਇਸ ਦੀ ਕੋਟੀ ਕੀ ਹੋਏਗੀ 0।
सो इत्थों सानू एक चीज़ होर सीखण नूं मिली है ये वाले 2 पॉइंट्स दे विचों 7th ते 8th दे विचों कि जिहड़े पॉइंट्स एक्स एक्सिस दे उपर ने, एम जिवें एक्स एक्सिस दे उपर है, मैं एक पॉइंट होर लै लैना, सपोज ए एन लै लिया सी, जे मैं इसके कोआर्डीनेट्स लिखने हो तो मैं एक्स पर तुरदा जा रहा, कितना जा रहा 3, वाई वाल तो जाने की लोड़ नहीं है, तो पॉइंट की बन गया 3,0। एम के असीं पॉइंट लिखे ने, निर्देशांक लिखे ने -3,0। सो जिहड़े एक्स एक्सिस के उपर पॉइंट्स ने, एक्स एक्सिस के उपर उन्हां दा जिहड़ा वाई पार्ट है, जिहड़ी उन्हां दी कोटी है, वो की आंदा है 0। जो पॉइंट्स एक्स एक्सिस के उपर होणगे उन्हां दा वाई हमेशा की होएगा 0 होएगा। सो जदों कदे भी तुहानूं क्वेश्चन आ जाए कि जी पॉइंट 5,0 जिहड़ा है ये किस एक्सिस के उपर होऊगा, किस धुरे के उपर होऊगा, जे इसका वाई पार्ट 0 है तो यह एक्स एक्सिस के उपर होएगा, क्योंकि वाई वाल तो सानूं जाण की लोड़ है ही नहीं। इस तरह असीं एल पॉइंट ये फाइंड किया है, इसके कोआर्डीनेट्स लभे ने 0,5। जे मैं एक पॉइंट होर ले ला, सपोज ये ले लेना, तो मैनूं एक्स वाल तो जाण की लोड़ नहीं है बिल्कुल भी, सीधा किधर जावांगा मैं, वाई, तो एक्स तो 0 हो गया, वाई कितना हो गया -2। तो ये की है फस्ट पार्ट जो आ रहा है, एक्स पार्ट की आ रहा है 0 आ रहा है। जेकर कोई पॉइंट वाई एक्सिस के उपर है, ऑन वाई एक्सिस है, तो उसका जोड़ा एक्स होएगा वो की होएगा 0 होएगा, भुज अबसीसा की होएगा 0, 0,5 है, 0,-2 है, 0, वाई टाइप के आंसर आएंगे साढ़े पास। एक्स एक्सिस के साढ़े को पॉइंट कितना दे आएंगे, एक्स, 0 टाइप के पॉइंट आएंगे कि मुरले नंबर की तो वैल्यू है, पिछले की नहीं है। इत्थे अगले की 0 है तो पिछले की कोई ना कोई वैल्यू जरूर है। सो ये भी एक नंबर का क्वेश्चन जोड़ा है वो एग्जाम के आ जाता है कि 0,7 पॉइंट जोड़ा है ये किस एक्सिस के उपर लाई करेगा। सो जेकर इसका वाई एक्स 0 है तो यह वाई एक्सिस के उपर लाई करेगा, जे वाई 0 है तो एक्स एक्सिस पर लाई करेगा, उल्ट लाई करेगा ये। सो इत्थे साडी जी एक्सरसाइज 3.2 है वो साडी कंप्लीट हो गई है। 3.3 दे विच भी सानू कुछ पॉइंट्स जिहड़े ने वो प्लॉट करने के लिए कहे गए हैं, वो असीं ग्राफ के उपर प्लॉट करांगे। सो आप एक ग्राफ लै लैंदे आ। एक्सरसाइज 3.3 का जिहड़ा क्वेश्चन नंबर 1 है उस दे विच सानू पुछया गया है कि जिहड़े ये बिंदु दिते ने असीं 1 2 3 4 5 जिहड़े 5 पॉइंट सानू गिवन ने क्वेश्चन नंबर 1 दे विच, ये किस धुरे ते ने, किस एक्सिस के उपर ने, ऑन विच एक्सिस, और किस चौथाई च ने, इन विच क्वाड्रेंट। ਜਾਂ ਤਾਂ ਇਹ ਕਿਸੇ ਧੁਰੇ ਤੇ ਆ ਰਹੇ ਆ, ਐਕਸਿਸ ਤੇ ਆ ਰਹੇ ਆ, ਜਾਂ ਕਿਸੇ ਨਾ ਕਿਸੇ ਕੁਆਡਰੈਂਟ ਦੇ ਵਿੱਚ ਆ। ਸੋ ਅਸੀਂ ਬਿਨਾਂ ਪਲਾਟ ਕਰੇ ਇਹਨਾਂ ਨੂੰ ਦੱਸਣਾ ਹੈ ਕਿ ਕਿਸ ਕੁਆਡਰੈਂਟ ਦੇ ਵਿੱਚ ਹੋਣਗੇ। ਸੋ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਚੈੱਕ ਕਰਨਾ ਇਹਨਾਂ ਨੂੰ ਆਪਾਂ ਨੇ। ਸੋ ਕੁਐਸਚਨ ਨੰਬਰ 1 ਦੇ ਵਿੱਚ ਸਾਡੇ ਪਾਸ ਇਹ 4 ਪੁਆਇੰਟਸ ਨੇ, -1,0। ਇਹ ਸਾਡੇ ਪਾਸ -1,0 ਅਸੀਂ ਬਿਨਾਂ ਪਲਾਟ ਕਰੇ ਚੈੱਕ ਕਰਨਾ ਹੈ। ਤਾਂ ਮੈਂ ਦੱਸਿਆ ਸੀ ਕਿ ਜੇਕਰ ਤੁਹਾਡਾ ਵਾਈ ਜਿਹੜਾ ਹੈ ਉਹ 0 ਹੈ ਤਾਂ ਜਿਹੜਾ पॉइंट होएगा एक्स एक्सिस के उपर होएगा। इसका पिछला पार्ट 0 है, असीं पिछले क्वेश्चन के डिस्कस किया है कि जेकर वाई 0 होवे तो यह एक्स एक्सिस के उपर होएगा, भाव इसका आंसर होएगा एक्स धुरा, एक्स एक्सिस, ये पॉइंट एक्स एक्सिस के उपर है। सैकेंड साढ़े पास है -2,4। सो असीं शुरू दे विच एक 2 लाइनस ड्रॉ कीतियां सी इस तरह। सो -2,4, एक्स जोड़ा है माइनस है, एक्स साढ़े पास इत्थे माइनस है, देखो एक्स सारा माइनस है। वाई 4 है, वाई प्लस है, तो वाई साढ़े पास इधर प्लस है। तो साडा 2 लाइनों के विचकार किहड़ा क्वाड्रेंट आ रहा है, सैकेंड क्वाड्रेंट। तो यदा आंसर की आएगा दूसरी चौथाई, सैकेंड क्वाड्रेंट, दूसरी चौथाई। नैक्सट है साढ़े पास 3,-1, एक्स पॉजिटिव है, एक्स पॉजिटिव इत्थे आ, 3 है, इस लाइन ते पॉजिटिव ने सारी। वाई नैगेटिव है तो वाई नैगेटिव नीचे वाला है। तो इन्हां 2 लाइनों के विचकार किहड़ी चौथाई आती है साढ़े पास, किहड़ा क्वाड्रेंट आंदा है, ये वाला। तो साडा आंसर की होया 4th क्वाड्रेंट। 1,2 दोने प्लस दे ने, इधर प्लस इधर प्लस, एक्स धुरा इत्थे पॉजिटिव है, ये वाई पॉजिटिव है, तो किहड़ा क्वाड्रेंट बनया फस्ट।
-3, -5 दोनों नेगेटिव, एक्स डैश इधर है नेगेटिव, इधर वाई नेगेटिव है, तीजी चौथाई। सो इस तरह लाइनस लगा लेनियां ने, एक्स एक्स डैश या नैगेटिव एक्स, वाई वाई डैश या वाई नैगेटिव, दोनों पॉजिटिव इस साइड ने तो पहली चौथाई, दोनों नैगेटिव ने तो तीसरी चौथाई, पहला नैगेटिव है दूजा पॉजिटिव है तो दूजी चौथाई, पहला पॉजिटिव है दूजा नैगेटिव है तो चौथी चौथाई। सो बड़ा ईजी है, इस तरह बना के इन्हां दा असीं जिहड़ा आंसर है बिना प्लॉट करे दे सकते हैं। सो इसे क्वेश्चन के सैकेंड पार्ट के सानूं कहा गया कि इन्हों ग्राफ के उपर भी प्लॉट करना है असीं। सो इन्हों असीं ग्राफ के उपर प्लॉट कर लैंदे आ। -1, एक्स के उपर असीं -1 मूव करना ओरिजिन तो। सो इत्थों असीं ओरिजिन तो -1 एक्स वल इत्थे आ गए असीं ते 0 वाई वल तो जाना ही नहीं है। सो साडा पॉइंट की हो गया ये वाला -1, 0। दूसरा पॉइंट है साढ़े पास -2, 4, एक्स तो इत्थों शुरू करना ओरिजिन तो, एक्स वल -2 तो वाई वल 4, वाई पॉजिटिव उपर वल है तो इत्थों असीं टर्न लेना है उपर वल 4 पॉइंट्स उपर वल, तो साडा वाई कित्थे आ रहा 4, ये आ रहा है -2 इधर हो गया, ये सामने की हो गया 4 लाइन लगी हुई पहले ही। सो पॉइंट बन गया -2, 4। नैक्सट पॉइंट है साढ़े पास 3, -1, एक्स पर 3 पॉजिटिव इत्थे आ गए। इस तो बाद असीं खड़मी वर्टिकल लाइन लेनी है -1, 3 तो टर्न लेना, पहला एक्स पर 3 जाना है, -1 किधर है नीचे वल, इस लाइन तो उपर थले मूव होना तो -1 इस साइड है, तो साडा पॉइंट कित्थे बन गया ये बने 3, -1। नैक्सट 1, 2, एक्स के उपर 1 तो वाई के उपर 2, ये पॉइंट बनया साडा। एक्स के वल असीं कितना गए 1 तो वाई वल 2, 1, 2, एक्स वल -3, एक्स वल -3 ये तो पॉजिटिव है, -3 इधर है, -5 वाई वल -5 जाना, उपर पॉजिटिव ने नीचे नैगेटिव ने। सो -3, -5। सो ये साडे जिहड़े पॉइंट्स ने ये हो गए ने क्वेश्चन नंबर 1 दे। इत्थे साडा क्वेश्चन नंबर 1 जो है कंप्लीट हो गया है। क्वेश्चन नंबर 2 दे विच भी सानूं कुछ पॉइंट्स जिहड़े ने प्लॉट करन दे लई दित्ते गए ने, वो भी आपां इसे ग्राफ के उपर प्लॉट कर लैने आ। तुसीं सैपरेट ग्राफ के उपर प्लॉट कर लेने ने। फस्ट पॉइंट है -2, 8। सो एक्स वल -2, इत्थों जाना 8 वाई वल, सो वाई वल 8, एक्स वल इत्थों -2, इत्थों टर्न लेना असीं इस लाइन के उपर -8 तक जाना है। सो ये आ गया साडा -8, तो साडा पॉइंट बन गया -2, -8। ये साडा फस्ट हो गया क्वेश्चन नंबर 2 का। दूसरा पॉइंट साडे पास -1, 7, एक्स वल -1 तो वाई वल 7, इत्थों जाना असीं। सो -1, 7, एक्स वल -1 तो वाई साडे पास 7 कित्थे आ रहा है इस जगह आ रहा है। सो ये साडा बन गया -1, 7। सो मैं नीचे कर लेना ग्राफ थोड़ा जा, एक्स वल -1 तो इत्थों असीं उपर वल गए 7 तक, इत्थे ये 7 है। सो -1, 7 ये साडा दूसरा पॉइंट हो गया है क्वेश्चन नंबर 2 का। नैक्सट है साडे पास 0, -1.25। सो 0, -1.25 एक्स पर तो असीं मूव होना ही नहीं है, इत्थे ही रहना है, क्योंकि साडा एक्स पार्ट की है 0 है। सो जदों कदे भी एक्स 0 हुंदा है साडा
ਤਾਂ ਜਿਹੜਾ ਸਾਡਾ ਪੁਆਇੰਟ ਹੁੰਦਾ ਹੈ ਵਾਈ ਐਕਸਿਸ ਦੇ ਉੱਪਰ ਲਾਈ ਕਰਦਾ ਹੈ, ਵਾਈ ਧੁਰੇ ਦੇ ਉੱਪਰ ਲਾਈ ਕਰਦਾ, ਇਸ ਲਾਈਨ ਦੇ ਉੱਪਰ ਲਾਈ ਕਰੇਗਾ। ਕਿੰਨਾ ਮੂਵ ਹੋਣਾ ਸੀ? -1.25। -1 ਨੀਚੇ ਵੱਲ ਹੈ, ਇਹ -1 ਹੋ ਗਿਆ। 0.25 ਦਾ ਮਤਲਬ ਹੈ ਚੌਥਾ ਹਿੱਸਾ ਇੱਕ ਦਾ ਪੂਰੇ ਦਾ, ਕਿਉਂਕਿ 100 ਦਾ ਚੌਥਾ ਹਿੱਸਾ ਕਿੰਨਾ ਹੁੰਦਾ ਹੈ? 25। ਤਾਂ ਸਾਨੂੰ ਡੈਸੀਬਲ ਫਾਰਮ 'ਚ ਦਿੱਤਾ ਹੈ, ਤਾਂ ਅਸੀਂ ਪੂਰੇ ਇੱਕ ਦਾ ਚੌਥਾ ਹਿੱਸਾ ਲੈਣਾ ਹੈ। ਸੋ ਇਹ ਸਾਡਾ ਹਾਫ ਹੋ ਗਿਆ ਇੱਥੇ, ਅਤੇ ਹਾਫ ਦਾ ਵੀ ਹਾਫ ਲਗਭਗ, ਸੋ ਅਰਾਊਂਡ 2.5 ਬਾਕਸਿਸ, 2.5 ਡੱਬੇ। ਇਹ ਬਣ ਗਿਆ ਸਾਡਾ 0, -1.25। ਪਹਿਲਾਂ ਅਸੀਂ 1 ਤੋਂ ਲੈ ਕੇ 2 ਦੇ ਹਾਫ ਦੇ ਵਿੱਚ ਲਾਈਨ ਲੱਗੀ ਹੋਈ ਹੈ ਇਹ ਵਾਲੀ, ਇਹਦਾ ਵੀ ਅੱਧ ਕਰਨਾ ਹੈ, ਤਾਂ ਇਹਦਾ ਅੱਧ 2.5 ਡੱਬੇ ਹੋਣਗੇ, 2.5 ਬਾਕਸਿਸ ਹੋਣਗੇ। ਨੈਕਸਟ ਹੈ ਸਾਡੇ ਪਾਸ 1,3, ਇਹ ਤੀਜਾ ਪੁਆਇੰਟ ਹੋ ਗਿਆ ਸਾਡਾ। ਅੱਗੇ 1,3 ਕੁਐਸਚਨ ਨੰਬਰ 2 ਦੇ ਵਿੱਚ। ਸੋ ਐਕਸ ਵੱਲ 1 ਅਤੇ ਵਾਈ ਵੱਲ 3। ਸੋ ਇਹ ਸਾਡਾ ਪੁਆਇੰਟ ਆ ਗਿਆ 1,3, ਇਹ ਸਾਡਾ ਹੋ ਗਿਆ 4th ਪਾਰਟ, ਚੌਥਾ ਪੁਆਇੰਟ। ਲਾਸਟ ਪੁਆਇੰਟ ਰਹਿ ਗਿਆ 3,-1। ਸੋ ਇਹ ਮੈਂ ਤੁਹਾਡੇ ਲਈ ਛੱਡ ਰਿਹਾ ਦੋਸਤੋ। ਉਮੀਦ ਹੈ ਤੁਸੀਂ ਜਿਹੜਾ ਇਸ ਨੂੰ ਪਲਾਟ ਕਰ ਲਓਗੇ। ਜੇਕਰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੇ ਰੈਗੂਲਰ ਅਪਡੇਟਸ ਮਿਲਦੇ ਰਹਿਣ। ਚੈਨਲ ਦੇ ਨਾਲ ਜੁੜੇ ਰਹੋ। ਚੈਨਲ 'ਤੇ ਆਉਣ ਲਈ ਧੰਨਵਾਦ।